ओके प्रोजैक्टाइल की सी ਆਪਾਂ डिस्कस ਕੀਤਾ ਹੋਇਆਗਾ ਪਹਿਲਾਂ ਵੀ, ਪਰ मैं फिर एक बार डिस्कस करदा। कोई भी बॉडी प्रोजैक्टाइल ਹੁੰਦਾ कोई भी बॉडी ਜਿਹਨੂੰ ਆਪਾਂ with some initial velocity, ठीक है, थ्रो करते हैं in any direction, we call it projectile। ਤੇ ਪ੍ਰੋਜੈਕਟਾਈਲ ਦੇ ਵਿੱਚ ਜਿਹੜਾ ਹੁਣ ਤੁਸੀਂ ਕਹਿ ਦੋ ਵੀ ਇੱਕ ਬੋਡੀ ਨੂੰ ਮੈਂ ਡ੍ਰੌਪ ਕਰਦਾ ਇਜ਼ ਨਾਟ ਅ ਪ੍ਰੋਜੈਕਟਾਈਲ, ਚਾਹੇ ਉਹਦਾ ਪਾਥ ਕੋਈ ਵੀ ਹੋਵੇ। ਜੇ ਬੋਡੀ ਕੋਲ ਇਨੀਸ਼ੀਅਲ ਵੈਲੋਸਿਟੀ 0 ਆ ਸੋ ਉਹਦੇ ਕੋਲ ਅਸੀਂ ਉਹਨੂੰ ਪ੍ਰੋਜੈਕਟਾਈਲ ਨਹੀਂ ਕਹਾਂਗੇ। ਬਟ ਜੇ ਉਹਦੇ ਕੋਲ ਕੋਈ ਵੀ ਵੈਲੋਸਿਟੀ ਆ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਆ ਤਾਂ ਉਹ ਪ੍ਰੋਜੈਕਟਾਈਲ ਹੋਊਗਾ, ਠੀਕ ਹੈ। ਤੇ ਪ੍ਰੋਜੈਕਟਾਈਲ ਦੇ ਲਈ ਪ੍ਰੋਜੈਕਸ਼ਨ ਜਿਹੜੀ ਆ ਉਹ ਦੋ ਵੇ ਨਾਲ ਹੋ ਸਕਦੀ ਆ। ਦ ਵਨ ਇਜ਼ ਪੈਰਲਲ ਟੂ ਦਾ ਗਰਾਊਂਡ ਜਦੋਂ ਆਪਾਂ ਥਰੋ ਕਰਦੇ ਆ, ਸੈਕੰਡ ਇਜ਼ ਜਦੋਂ ਆਪਾਂ ਇਨਕਲਾਈਨਡ ਵਿਦ ਦਾ ਗਰਾਊਂਡ ਕਰਦੇ ਆ, ਯਾਨੀ ਕਿ ਐਂਗਲ ਦੇ ਨਾਲ, ਠੀਕ ਹੈ। ਤਾਂ ਇਸ ਕਰਕੇ ਦੋ ਟਾਈਪ ਦੀ ਪ੍ਰੋਜੈਕਸ਼ਨ ਆ, ਮੈਂ ਪਹਿਲਾਂ ਵੀ ਡਿਸਕਸ ਕੀਤੀ ਹੋਈ ਹੈ, ਮੈਂ ਦੁਬਾਰਾ ਫੇਰ ਡਿਸਕਸ ਕਰ ਰਿਹਾ ਇਸੇ ਕਰਕੇ। ਹੌਰੀਜ਼ੌਂਟਲ ਐਂਡ ਦੂਜੀ ਹੈਗੀ ਆ ਵਰਟੀਕਲ, ਠੀਕ ਹੈ। ਤੇ ਜਦੋਂ ਪ੍ਰੋਜੈਕਟਾਈਲ ਦੀ ਆਪਾਂ ਗੱਲ ਕਰਦੇ ਆ ਦੈਟ ਮੀਨਸ ਉਸ ਕੇਸ ਦੇ ਵਿੱਚ ਸਾਡੇ ਕੋਲ ਦੋ ਕੋਆਰਡੀਨੇਟ ਚੇਂਜ ਹੋ ਰਹੇ ਹੁੰਦੇ ਨੇ, x ਐਕਸਿਸ ਐਸ ਵੈਲ ਐਸ y ਐਕਸਿਸ, ਠੀਕ ਹੈ। ਕਿਹਦੇ ਨਾਲ ਚੇਂਜ ਹੋ ਰਹੇ ਹੁੰਦੇ ਨੇ ਇਹ? ਟਾਈਮ ਦੇ ਨਾਲ। ਤਾਂ ਜੇ ਆਪਾਂ ਹੌਰੀਜ਼ੌਂਟਲ ਪ੍ਰੋਜੈਕਟਾਈਲ ਦੀ ਗੱਲ ਕਰਦੇ ਆ ਤਾਂ ਇਹਦੀ ਪਿਕਚਰ ਕੁਝ ਇਸ ਤਰ੍ਹਾਂ ਦੀ ਹੋਊਗੀ ਵੀ ਜਿਵੇਂ ਆਪਾਂ ਇੱਥੋਂ ਥਰੋ ਕਰਤੀ ਬੋਡੀ ਫਰੋਮ ਸਮ ਹਾਈਟ ਤੇ ਬੋਡੀ ਜਿਹੜੀ ਆ ਉਹ ਇਸ ਤਰ੍ਹਾਂ ਫਾਲ ਕਰ ਜੇ। ਐਂਗੂਲਰ ਜਾਂ ਵਰਟੀਕਲ ਪ੍ਰੋਜੈਕਸ਼ਨ ਜਿਹੜੀ ਆ ਉਹਦੇ ਵਿੱਚ ਬੋਡੀ ਜਿਹੜੀ ਆ ਵਿਦ ਸਮ ਇਨੀਸ਼ੀਅਲ ਐਂਗਲ ਥੀਟਾ ਆਪਾਂ ਥਰੋ ਕਰਦੇ ਆ, ਠੀਕ ਹੈ। ਦੋਨੋਂ ਕੇਸ ਦੇ ਵਿੱਚ ਜਿਹੜਾ ਪਾਥ ਬਣੂਗਾ ਉਹ ਪੈਰਾਬੋਲਿਕ ਹੋਊਗਾ। ਤਾਂ ਪਹਿਲਾ ਕੇਸ ਵੀ ਪੈਰਾਬੋਲਿਕ ਪਾਥ ਆ, ਸੈਕੰਡ ਕੇਸ ਵੀ ਪੈਰਾਬੋਲਿਕ ਪਾਥ ਆ। ਤੇ ਦੋਨੋਂ ਕੰਡੀਸ਼ਨ ਦੇ ਵਿੱਚ ਜਿਹੜੀ ਬੋਡੀ ਆ ਉਹ x ਐਂਡ y ਕੋਆਰਡੀਨੇਟਸ ਦੇ ਅਲੋਂਗ ਆਪਣੀ ਪੋਜੀਸ਼ਨ ਟਾਈਮ ਦੇ ਨਾਲ ਨਾਲ ਚੇਂਜ ਕਰ ਰਹੀ ਆ, ਠੀਕ ਹੈ। ਤੇ ਜੇ ਹੁਣ ਆਪਾਂ ਇੱਥੇ ਗੱਲ ਕਰਦੇ ਆ ਇਕੁਏਸ਼ਨ ਦੀ, ਤੇ ਇੱਥੇ ਜਿਹੜੀ ਇਕੁਏਸ਼ਨ ਆ ਉਹਦੇ ਲਈ ਇਨੀਸ਼ੀਅਲ ਵੈਲੋਸਿਟੀ u ਆ, ਹੌਰੀਜ਼ੌਂਟਲ ਆ ਇਹ, ਤੇ ਇਹਨੂੰ ਮੈਂ ਹੌਰੀਜ਼ੌਂਟਲ ਵੈਲੋਸਿਟੀ ਨੂੰ ux ਲਿਖੂੰਗਾ ਤੇ ਇੱਥੇ u ਆ। ਤੇ ਇਨੀਸ਼ੀਅਲ ਵੈਲੋਸਿਟੀ ਅਲੋਂਗ y ਐਕਸਿਸ ਨਹੀਂ ਹੈਗੀ, 0 ਆ, ਕਿਉਂਕਿ ਆਪਾਂ ਸਿਰਫ ਪੈਰਲਲ ਟੂ ਦਾ ਗਰਾਊਂਡ ਥਰੋ ਕੀਤੀ ਆ। ਤਾਂ ਯਾਨੀ ਕਿ ਜਿਵੇਂ ਵੀ ਤੁਸੀਂ ਜਦੋਂ ਆਪਾਂ ਕੋਆਰਡੀਨੇਟਸ ਕਹਤੇ ਵੀ x ਐਂਡ y ਕੋਆਰਡੀਨੇਟਸ ਨੇ, ਦ ਸੇਮ ਵੇ ਆਪਾਂ ਇੱਥੇ ਕਹਾਂਗੇ ਵੀ x ਐਂਡ ਜਿਹੜੇ y ਕੋਆਰਡੀਨੇਟਸ ਹੋਣਗੇ ਉਹ ਆਪਣੀ ਵੈਲੋਸਿਟੀ, ਐਕਸਲਰੇਸ਼ਨ, ਠੀਕ ਹੈ, ਇਹ ਚੇਂਜ ਕਰਨਗੇ। ਤਾਂ ਯਾਨੀ ਕਿ ਦੋ ਐਕਸਲਰੇਸ਼ਨ ਹੋਣਗੇ, ਦੋ ਵੈਲੋਸਿਟੀਜ਼ ਹੋਣਗੀਆਂ, ਠੀਕ ਹੈ, ਟਾਈਮ ਦੇ ਨਾਲ ਨਾਲ। ਤਾਂ ਇਸ ਕਰਕੇ ਆਪਾਂ x ਤੇ y ਕੋਆਰਡੀਨੇਟ ਦੇ ਅਲੋਂਗ ਤਿੰਨ ਚੀਜ਼ਾਂ ਕਰਾਂਗੇ ਐਕਚੁਅਲੀ, ਪੋਜੀਸ਼ਨ, ਵੈਲੋਸਿਟੀ ਐਂਡ ਐਕਸਲਰੇਸ਼ਨ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਦੇਖੋ ਜੇ ਮੈਂ ਤੁਹਾਨੂੰ ਦੱਸਿਆ ਵੀ ਇਨੀਸ਼ੀਅਲ ਵੈਲੋਸਿਟੀ ਇੱਥੇ ਗਰਾਊਂਡ ਦੇ ਰਿਸਪੈਕਟ ਟੂ ਆਪਾਂ ਜੇ ਥਰੋ ਕਰਦੇ ਹਾਂ ਬੋਡੀ ਨੂੰ ਤਾਂ u ਐਕਸਿਸ u ਹੋਊਗੀ, u y 0 ਹੋ, ਬਿਕਾਜ਼ ਇਨੀਸ਼ੀਅਲੀ ਬੋਡੀ ਹੋਰ ਕਿਤੇ ਗਈ ਨਹੀਂ। ਓਕੇ, ਅਗਲਾ ਪਾਰਟ, ਚਾਹੇ ਉਹ ਹੌਰੀਜ਼ੌਂਟਲ ਪ੍ਰੋਜੈਕਸ਼ਨ ਆ ਚਾਹੇ ਉਹ ਵਰਟੀਕਲ ਪ੍ਰੋਜੈਕਸ਼ਨ ਆ, x ਐਕਸਿਸ ਦੇ ਅਲੋਂਗ ਵੈਲੋਸਿਟੀ ਕਾਂਸਟੈਂਟ ਮੰਨੀ ਜਾਊਗੀ। ਕਿਉਂ? ਬਿਕਾਜ਼ ਆਪਾਂ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਅਲੋਂਗ ਕੋਈ ਵੀ ਆਪੋਜੀਸ਼ਨ ਨਹੀਂ ਮੰਨਦੇ। ਅਸੀਂ ਇਹ ਬਿਲੀਵ ਨਹੀਂ ਕਰਦੇ ਕਿ 에ਅਰ ਜਿਹੜੀ ਆ ਉਹ ਉਹਨੂੰ ਅਪੋਜ਼ ਕਰ ਰਹੀ ਆ। ਤਾਂ ਜੇ ਆਪਾਂ ਇਹ ਨਹੀਂ ਮੰਨਦੇ ਵੀ 에ਅਰ ਉਹਨੂੰ ਅਪੋਜ਼ ਕਰ ਰਹੀ ਆ, ਉਸ ਕੇਸ ਦੇ ਵਿੱਚ ਦੋਨਾਂ ਦੀ ਜਿਹੜੀ ਪ੍ਰੋਜੈਕਸ਼ਨ ਦੇ ਅਲੋਂਗ ਯਾਨੀ ਕਿ ਡਾਇਰੈਕਸ਼ਨ ਆ ਅਲੋਂਗ ਹੌਰੀਜ਼ੌਂਟਲ, ਉਹਦੇ ਅਲੋਂਗ ਵੈਲੋਸਿਟੀ ਕਾਂਸਟੈਂਟ ਮੰਨੀ ਜਾਊਗੀ, ਠੀਕ ਹੈ। ਤਾਂ ਯਾਨੀ ਕਿ ਦੋਨੋਂ ਕੇਸ ਦੇ ਵਿੱਚ ਜਿਹੜਾ ਕਾਮਨ ਪਾਰਟ ਆ ਉਹ ਹੈਗਾਗਾ ux, ਜਿਹੜਾ ਕਿ ਹਮੇਸ਼ਾ ਕਾਂਸਟੈਂਟ ਰਹੂਗਾ ਚਾਹੇ ਇਹਦੀ ਵੈਲਿਊ ਕੋਈ ਵੀ ਹੋਵੇ। ਤਾਂ ਜੇ ਵੈਲੋਸਿਟੀ ਅਲੋਂਗ x ਐਕਸਿਸ 0 ਹੋਊਗੀ, ਸੌਰੀ ਕਾਂਸਟੈਂਟ ਹੋਊਗੀ, ਤਾਂ ਐਕਸਲਰੇਸ਼ਨ ਅਲੋਂਗ x ਐਕਸਿਸ 0 ਹੋਊਗਾ, ਚਾਹੇ ਉਹ ਹੌਰੀਜ਼ੌਂਟਲ ਪ੍ਰੋਜੈਕਸ਼ਨ ਆ ਚਾਹੇ ਉਹ ਵਰਟੀਕਲ ਪ੍ਰੋਜੈਕਸ਼ਨ ਆ। ਤਾਂ ਆਹ ਰੂਲ ਜਿਹੜਾ ਇੱਥੇ ਮੈਂ ਲਿਖਿਆ ਇਹ ਦੋਨਾਂ ਦੇ ਲਈ ਸੇਮ ਅਪਲਾਈ ਹੋਊਗਾ, ux ਦੇ ਲਈ ਤੇ ax ਦੋਨੋਂ ਇਹਨਾਂ ਕੇਸ ਦੇ ਵਿੱਚ, ਠੀਕ ਹੈ। ਇੱਧਰ ਆ ਜਾਓ ਹੁਣ, ਜਦੋਂ ਇੱਧਰ ਆਪਾਂ u ਵੈਲੋਸਿਟੀ ਦੇ ਨਾਲ ਥਰੋ ਕੀਤਾ ਤਾਂ ਇੱਥੇ ਮੈਂ ਦੇਖਿਆ ਵੀ u ਲਿਖ ਰਿਹਾ ਮੈਂ, why? ਬਿਕਾਜ਼ ਇੱਥੇ ਦੋਨੋਂ ਕੰਪੋਨੈਂਟ ਨੇ ਇਹਦੇ ਕੋਲ, x ਐਕਸਿਸ ਵੀ ਹੈਗਾ y ਐਕਸਿਸ ਵੀ ਹੈਗਾ। ਤਾਂ ਇੱਥੇ ux ਦੀ ਵੈਲਿਊ u cos ਥੀਟਾ ਤੇ uy ਵੀ ਹੋਊਗਾ which is u sin ਥੀਟਾ,
क्योंकि इत्थे आपां रिजोल्व करके देखांगे तो एक कंपोनेंट ए हो गया, एक कंपोनेंट ए हो गया, तो दोनों कंपोनेंट जिहड़े ने ਉਹ ਆਪਾਂ x एक्सिस ਤੇ y एक्सिस ਦੇ ਅਲੋਂਗ ਇਸ ਤਰ੍ਹਾਂ ਲਿਖੇ ਨੇ। ਠੀਕ ਹੈ, ਓਕੇ। ਹੁਣ ਇਹਦੇ ਵਿੱਚ x एक्सिस ਦੇ ਅਲੋਂਗ ਐਕਸਲਰੇਸ਼ਨ ਤਾਂ ਲਿਖ ਲਿਆ ਆਪਾਂ। व्हाट अबाउट द एक्सलरेशन अलोंग y एक्सिस, क्योंकि मैं ਤੁਹਾਨੂੰ ਕਿਹਾ ਦੋ ਦੋ ਹੋਣਗੇ ਸਾਰੇ, ਤਾਂ y एक्सिस ਦੇ ਅਲੋਂਗ ਹੁਣ ਦੇਖੋ ਬੋਡੀ ਕਿੱਧਰ ਨੂੰ ਆ ਰਹੀ ਆ, ਇਟ ਇਜ਼ ਫਾਲਿੰਗ ਡਾਊਨ, ਉੱਪਰ ਨੂੰ ਤਾਂ ਜਾ ਨਹੀਂ ਰਹੀ, ਇਸ ਕਰਕੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਪੋਜ਼ਿਟਿਵ g ਦੇ ਕੋ ਰੱਖਾਂਗੇ ਇਹਨੂੰ ਆਪਾਂ। ਠੀਕ ਹੈ, ay ਦੀ ਵੈਲਿਊ ਪੋਜ਼ਿਟਿਵ g ਹੋਊਗੀ। क्यों ले रहे हैं? क्योंकि बॉडी दे कोल लगातार डाउनवर्ड वेलोसिटी बढ़ रही है, बॉडी हेठां नूं आउंदे आउंदे स्पीड वधाऊगी, तो जे एक्सेलरेशन वेलोसिटी दी आपां अमाउंट वधाउने आ तां असीं दस्सिया सी ओनूं आपां पॉजिटिव लैंदे हुंदे आ। ठीक है, ते इधरले केस च उधरले केस च की होगा, एक्सेलरेशन तां उही सेम 0 अलोंग x एक्सिस, बट y एक्सिस दे अलोंग तुसीं इनिशियली g नूं नेगेटिव लैके चलोगे, बिकॉज आपां प्रीवियस टू द हाइट गल करांगे, बिफोर द हाइट, मैक्सिमम हाइट ते पहुंचण तो पहला, ਤਾਂ ਬੋਡੀ ਨੇ ਜਦੋਂ ਥਰੋ ਕੀਤਾ ਆਪਾਂ ਤਾਂ ਉਹ ਉੱਪਰ ਨੂੰ ਜਾ ਰਹੀ ਆ, ਤਾਂ ਇਸ ਕਰਕੇ ਉੱਪਰ ਨੂੰ ਜਾਂਦੇ ਜਾਂਦੇ ਉਹ ਸਲੋ ਹੋਊਗੀ, ਦੈਨ ਸਟਾਰਟ ਕਮਿੰਗ ਡਾਊਨ। ਠੀਕ ਹੈ, ਤੇ ਇਹਦੇ ਵਿੱਚ ਇੱਕ ਨੈਕਸਟ ਸਭ ਤੋਂ ਹੋਰ ਇੱਕ ਇੰਪੋਰਟੈਂਟ ਪਾਰਟ ਆ, ਉਹ ਕੀ ਆ, ਜਦੋਂ ਬੋਡੀ ਆਪਣੀ ਮੈਕਸਿਮਮ ਹਾਈਟ ਤੇ ਪਹੁੰਚੂਗੀ ਤਾਂ ਉਹਦੇ ਕੋਲ ਉੱਪਰ ਨੂੰ ਜਾਣ ਵਾਲੀ ਵੈਲੋਸਿਟੀ ਨਹੀਂ ਰਹੂਗੀ। ਠੀਕ ਹੈ, ਤਾਂ ਉੱਪਰ ਨੂੰ ਜਾਣ ਵਾਲੀ ਵੈਲੋਸਿਟੀ ਦਾ ਮਤਲਬ ਕੀ ਆ भी any velocity component along y axis at the highest point would be 0, क्योंकि बॉडी होर ऊपर जाना बंद कर दूगी। ठीक है, इस करके हाईएस्ट पॉइंट ते जिहड़ी वर्टिकल वेलोसिटी है 0 बननी हुंदी है। ठीक है, ओके, जे वर्टिकल वेलोसिटी 0 आ, व्हाट अबाउट कि इहदे कोल वेलोसिटी नहीं होगी कोई, बट इहदे कोल वेलोसिटी होगी जिहड़ी along x axis आ, ते वो कितनी होगी, वो सेम वही ux होगी। ठीक है, क्योंकि मैं कह चुके हैं पहला भी ये चेंज नहीं हुंदी, इस थ्रू आउट द मोशन सेम रहंदी है। फिर जदों बॉडी इत्थे आके ग्राउंड ते हिट करदी आ तां उस टाइम ओहदे कोल कितनी वेलोसिटी हुंदी आ, तां जदों बॉडी इत्थे आके हिट करूगी तां देखो आए आके हिट करूगी ना, तां इत्थे आके बॉडी दे कोल दो वेलोसिटीज होणगीਆਂ, एक हॉरिजॉन्टल ते एक वर्टिकल, चाहे वो इत्थे आ चाहे वो इत्थे आ, बिकॉज पाथ तां दोनों दा सेम पैराबोलिक सी, तां इस करके हॉरिजॉन्टल वेलोसिटी तां ਉਹੀ ux ਹੋਊਗੀ। वर्टिकल वेलोसिटी ਨੂੰ ਤੁਸੀਂ ਆਪਣੇ ਕੋਲੋਂ ਕੋਈ ਵੀ ਵੈਲਿਊ vy ਡੈਸ਼ ਲਿਖ ਦਿਓ ਚਾਹੇ, ਤੇ ਨੈਟ वेलोसिटी ਕਿੰਨੀ ਹੋਊਗੀ ਉਹਦੇ ਕੋਲ v, which would be equal to, ਦੇਖੋ ਦੋਨੋਂ ਪਰਪੈਂਡੀਕੂਲਰ ਨੇ, ਇਸ ਕਰਕੇ ਇੱਥੇ ਆਊਗਾ vy ਡੈਸ਼ ਦਾ ਸਕੁਅਰ ਪਲੱਸ ux ਦਾ ਸਕੁਅਰ। ਤਾਂ ਇਸ ਤਰ੍ਹਾਂ ਕਰਕੇ ਵੈਲੋਸਿਟੀਜ਼ ਇਹ ਹੋਊਗੀ, ਵੈਲੋਸਿਟੀ ਜਦੋਂ ਬੋਡੀ ਹਿੱਟ ਕਰੂਗੀ ਗਰਾਊਂਡ ਨੂੰ ਤਾਂ ਉਹਦੇ ਕੋਲ ਇਹ ਦੋਨੋਂ ਕੰਪੋਨੈਂਟ ਹੋਣਗੇ, ਤੇ ਉਹਨਾਂ ਦੋਨਾਂ ਦਾ ਰਿਜ਼ਲਟੈਂਟ ਅੰਡਰ ਰੂਟ ਦੇ ਵਿੱਚ ਲਿਖ ਕੇ ਸਕੁਅਰ ਕਰਕੇ ਐਡ ਕਰਨਾ। ਇਹ ਤੋਂ ਬਾਅਦ ਪੋਜੀਸ਼ਨ, ਤਾਂ ਹੁਣ ਆਪਾਂ ਪੋਜੀਸ਼ਨ ਵੱਲ ਵਧਦੇ ਹਾਂ। ਪੋਜੀਸ਼ਨ ਕੀ ਹੋਊਗੀ, ਤਾਂ ਜਿਹੜੀ ਪੋਜੀਸ਼ਨ ਆ, ਜਿਵੇਂ ਆਪਾਂ ਇੱਥੇ ਵੈਲੋਸਿਟੀ ਦੀ ਤਾਂ ਗੱਲ ਕਰ ਲਈ, ਪੋਜੀਸ਼ਨ ਦੀ ਗੱਲ ਕਰਦੇ ਹਾਂ ਹੁਣ ਆਪਾਂ। ਤਾਂ x ਦੀ ਵੈਲਿਊ ਨੂੰ, ਯਾਨੀ ਕਿ x ਐਕਸਿਸ ਦੇ ਅਲੋਂਗ ਜਿਹੜਾ ਮੋਸ਼ਨ ਹੋਊਗਾ ਉਹਦੀ ਵੈਲਿਊ ਨੂੰ ਆਪਾਂ ਜਦੋਂ ਲਿਖਾਂਗੇ, ਠੀਕ ਹੈ, ਤਾਂ ਉਦੋਂ ਲਿਖਾਂਗੇ ਆਪਾਂ ਉਹੀ ਫਾਰਮੂਲਾ s is equal to ut plus half at square ਵਾਲਾ, ਤਾਂ ਇਹ ਆਊਗਾ x is equal to uxt plus half ax t square। ठीक है, along y axis uyt plus half ay t square। ਤਾਂ ਇਸ ਤਰ੍ਹਾਂ ਕਰਕੇ ਇਹ ਦੋਨੋਂ ਵੈਲਿਊਜ਼ ਜਿਹੜੀਆਂ ਨੇ, ਚਾਹੇ ਉਹ ਹੌਰੀਜ਼ੌਂਟਲ ਪ੍ਰੋਜੈਕਸ਼ਨ ਆ ਚਾਹੇ ਉਹ ਵਰਟੀਕਲ ਪ੍ਰੋਜੈਕਸ਼ਨ ਆ, ਦੋਨਾਂ ਦੇ ਲਈ ਸੇਮ ਅਪਲਾਈ ਹੋਣਗੀਆਂ। ਠੀਕ ਹੈ, ਆਪਾਂ ਇਸੇ ਤਰ੍ਹਾਂ ਕਰਕੇ, ਕਿਉਂਕਿ ਹੁਣ ਤੁਹਾਨੂੰ ਜਿਹੜੇ ਨੂਮੈਰੀਕਲ ਉੱਥੇ ਪੇਪਰ ਆਉਣਾਗਾ ਜਿਹੜਾ, ਉਹ ਬੇਸਿਕਲੀ ਕੋਈ ਡੈਰੀਵੇਸ਼ਨ ਤਾਂ ਹੈ ਨਹੀਂ, ਰਾਈਟ, ਕਿਉਂਕਿ ਆਬਜੈਕਟਿਵ ਪੇਪਰ ਆ ਰਿਹਾਗਾ, ਤਾਂ ਇਸ ਕਰਕੇ ਮੈਂ ਚਾਹੁੰਦਾ ਵੀ ਆਪਾਂ ਸਿੱਧੇ ਫਾਰਮੂਲੇ ਵੱਲ ਵਧੀਏ, ਤਾਂ ਕਿ ਉਹਨਾਂ ਨੂੰ ਯੂਜ਼ ਕਰਕੇ ਆਪਾਂ ਜਿਹੜੇ ਕੁਐਸਚਨ ਨੇ ਉਹ ਕਰਨ ਦੀ ਕੋਸ਼ਿਸ਼ ਕਰੀਏ, ਸਿੰਪਲ ਕੁਐਸਚਨ ਤੋਂ ਲੈ ਕੇ ਹਾਰਡ ਵੱਲ। ਤਾਂ ਹੁਣ ਇਹਦੇ ਲਈ ਜੇ ਆਪਾਂ ਇਧਰਲੇ ਪਾਸੇ ਹੌਰੀਜ਼ੌਂਟਲ ਪ੍ਰੋਜੈਕਸ਼ਨ ਦੀ ਗੱਲ ਕਰਦੇ ਆ, ਤਾਂ ਨੈਕਸਟ ਵਿੱਚ ਜਿਹੜਾ ਆਪਾਂ ਫੈਕਟਰ ਯੂਜ਼ ਕਰਾਂਗੇ ਉਹ ਹੈਗਾਗਾ, ਦੋ ਆਪਾਂ ਮਤਲਬ ਕੈਲਕੂਲੇਸ਼ਨ ਕਰਨੀਆਂ ਨੇ। ਇੱਕ ਤਾਂ ਇੱਥੋਂ ਤੋਂ ਜਦੋਂ ਆਪਾਂ ਥਰੋ ਕੀਤਾ ਇੱਥੇ ਤੱਕ ਪਹੁੰਚਣ ਲਈ ਉਹਨੂੰ ਕਿੰਨਾ ਟਾਈਮ ਲੱਗਿਆ, ਸੋ ਵੀ ਨੋ ਕਿ ਇਹਨੂੰ ਅਸੀਂ ਟਾਈਮ ਆਫ ਫਲਾਈਟ ਕਹਿੰਦੇ ਆ, ਤਾਂ ਟਾਈਮ ਆਫ ਫਲਾਈਟ ਕਿੰਨਾ ਗਾ। ਠੀਕ ਹੈ, ਸੋ ਟਾਈਮ ਆਫ ਫਲਾਈਟ ਕਿੰਨਾ ਹੋਊਗਾ ਉਹ ਤੁਸੀਂ ਇੱਥੋਂ ਕੈਲਕੂਲੇਟ ਕਰ ਸਕਦੇ ਹੋ, ਇਸ ਵੈਲਿਊ ਤੋਂ, ਸੈਕਿੰਡ ਤੋਂ। ਕਿਵੇਂ ਕੈਲਕੂਲੇਟ ਕਰਾਂਗੇ ਆਪਾਂ, ਕਿਉਂਕਿ ਦੇਖੋ ਇੱਥੋਂ ਤੋਂ ਇੱਥੇ ਪਹੁੰਚਣ ਲਈ ਉਹ ਡਿਸਪਲੇਸ ਕਿੰਨਾ ਹੋਈ ਆ ਬੋਡੀ, ਤਾਂ ਹਾਈਟ ਦੇ ਬਰਾਬਰ ਹੀ ਡਿਸਪਲੇਸ ਹੋਈ ਆ, ਇੱਥੇ ਸੀ ਤੇ ਇੱਥੇ ਪਹੁੰਚ ਗਈ,
तो देखो ग्राउंड ते डिस्टेंस जिहड़ा कवर कीता वो नहीं, तुसीं ये देखना वर्टिकल कितना टाइम लग्या ਉਹਨੂੰ, ਜਾਨੀ कि वर्टिकल कितना डिसप्लेसमेंट हुई है। तो जिन्ना टाइम ਉਹਨੂੰ ਇੱਥੋਂ ग्राउंड ਤੇ ਪਹੁੰਚਣ ਲਈ ਲੱਗਿਆ ਹੋਊਗਾ ਉਨਾ ਹੀ टाइम ਉਹਨੂੰ ਹੇਠ ਆਉਣ ਲਈ ਵੀ ਲੱਗਿਆਗਾ, क्योंकि ਇੱਕੋ ਹੀ टाइम ਤੇ ਬੋਡੀ ਕੋਲ x ਹੈਗਾ, ਇੱਕੋ ਹੀ टाइम ਤੇ ਬੋਡੀ ਕੋਲ y ਆ। ਤਾਂ ਜਿਹੜਾ ग्राउंड ਤੇ डिस्टेंस ਆਗਾ ਉਹਨੂੰ मैं h ਮੰਨ ਲੂੰਗਾ, ਹਾਈਟ ਜਿੰਨੀ ਉੱਚੋਂ ਆਪਾਂ ਨੂੰ ਥਰੋ ਕੀਤਾ ਸੀ। ਤਾਂ y ਨੂੰ ਰਿਪਲੇਸ ਕਰ ਲਓ h ਨਾਲ, ठीक है। तो जे मैं y ਨੂੰ h ਨਾਲ ਰਿਪਲੇਸ ਕਰੂੰਗਾ ਤਾਂ मैं ਇੱਥੇ h ਲਿਖਤਾ, ओके। नाउ व्हाट विल हैपन नेक्स्ट, uy तो 0 आ, इस करके आता 0 हो गया कंपोनेंट सारा फैक्टर, है ना। हाफ ओके ay कितना गा g, राइट। एंड हाउ अबाउट टाइम t कितना गा, टोटल टाइम ਉਹਨੂੰ कैपिटल T लिख दो, ठीक है। तो इथों देखो टी स्क्वायर की वैल्यू कितनी आ गई, तो टी की वैल्यू यानी कि रूट 2h अपॉन g आ जाऊगी। सो दैट वाज द टाइम ऑफ फ्लाइट, ठीक है। तो मैं ये गल उदों भी एक लैक्चर मैं पाया सी प्रोजैक्टाइल ते मैं उदों भी डिस्कस कीता सी तुहाडे नाल। इत्थे तुहानूं एक क्वेश्चन आ सकदा, जिन्ना टाइम आपां एक बॉडी नूं ड्रॉप करन लई लगाउने आ, यानी कि मैं एग्जांपल दिन्ना, लेट्स से तुहानूं एग्जांपल दिंदा पर्सन भी एक स्टूडेंट हैगा, उन्हें वेरीफाई करना हैगा भी की लॉ ऑफ प्रोजैक्टाइल जिहड़े ने वो अप्लाई हो रहे ने कि नहीं। तो उन्हें की कीता, वो देखो दो सेम साइज दियां बॉल ने, ਉਹ 3 ਜਾਂ 4th ਫਲੋਰ ਦੀ ਬਿਲਡਿੰਗ ਤੇ ਖੜਾਗਾ ਉੱਚੀ, ਠੀਕ ਹੈ। ਤਾਂ 4th ਫਲੋਰ ਟਾਲ ਬਿਲਡਿੰਗ ਤੇ ਖੜਾਗਾ ਤੇ ਗਰਾਊਂਡ ਤੋਂ ਉਸ ਬਿਲਡਿੰਗ ਦੀ ਹਾਈਟ ਜਿਹੜੀ ਆ ਤੁਸੀਂ ਮੰਨ ਲਓ 200 ਮੀਟਰ ਆ। ਉਹਨੇ ਇੱਕ ਬਾਲ ਨੂੰ ਤਾਂ ਡ੍ਰੌਪ ਕੀਤਾ ਤੇ ਦੂਸਰੀ ਬਾਲ ਨੂੰ ਉਹਨੇ ਥਰੋ ਕੀਤਾ, ਪ੍ਰੋਜੈਕਟਾਈਲ ਕੀਤਾ ਹੌਰੀਜ਼ੌਂਟਲੀ, ਠੀਕ ਹੈ। ਯਾਨੀ ਕਿ ਇੱਕ ਨੂੰ ਤਾਂ ਆਹ ਸਿਚੁਏਸ਼ਨ ਦੇ ਅਕੋਰਡਿੰਗ ਥਰੋ ਕੀਤਾ ਉਹਨੇ ਵਿਦ ਸਮ ਐਨੀ ਵੈਲੋਸਿਟੀ, ਤੇ ਦੂਸਰੇ ਨੂੰ ਉਹਨੇ ਡ੍ਰੌਪ ਕਰਤਾ, ਠੀਕ ਹੈ। ਤਾਂ ਜਦੋਂ ਉਹਨੇ ਇੱਕ ਡ੍ਰੌਪ ਕੀਤਾ ਜਾਂ ਥਰੋ ਕੀਤਾ, ਉਹਨੇ ਹੁਣ ਉਹਦੇ ਲਈ ਟਾਈਮਰ ਨੋਟ ਕੀਤਾ ਵੀ ਕਿੰਨੇ ਟਾਈਮ ਦੇ ਵਿੱਚ ਉਹ ਗਰਾਊਂਡ ਨੂੰ ਹਿੱਟ ਕੀਤੀ, ਠੀਕ ਹੈ। ਤਾਂ ਕਿੰਨੇ ਟਾਈਮ ਬਾਅਦ ਗਰਾਊਂਡ ਨੂੰ ਹਿੱਟ ਕੀਤੀ, ਤਾਂ ਜਦੋਂ ਉਹਨੇ ਨੋਟ ਕਰਕੇ ਦੇਖਿਆ ਤਾਂ ਇਹ ਤੁਸੀਂ ਦੇਖੋ ਉੱਥੇ ਪ੍ਰੂਫ ਹੋਊਗਾ ਕਿ ਜਿੰਨਾ ਟਾਈਮ ਉਹ ਬੋਡੀ ਨੂੰ ਡ੍ਰੌਪ ਕਰਕੇ ਗਰਾਊਂਡ ਤੇ ਪਹੁੰਚਣ ਲਈ ਲੱਗਿਆ ਉਨਾ ਹੀ ਟਾਈਮ ਉਹ ਬੋਡੀ ਨੂੰ ਥਰੋ ਕਰਕੇ ਗਰਾਊਂਡ ਤੇ ਪਹੁੰਚਣ ਲਈ ਲੱਗੂਗਾ। ਪਰ ਕੰਡੀਸ਼ਨ ਆ ਕਿ 에ਅਰ ਦੀ ਰੈਜ਼ਿਸਟੈਂਸ ਨਹੀਂ ਮੰਨੀ ਜਾਣੀ। ਤਾਂ ਉੱਥੇ ਇਹ ਮੰਨ ਕੇ ਚੱਲੋ ਵੀ ਹਵਾ ਨਹੀਂ ਚੱਲ ਰਹੀ ਸੀ, ਠੀਕ ਹੈ। ਤਾਂ ਜੇ ਹਵਾ ਚੱਲੂਗੀ ਤਾਂ ਉਹ ਰੋਕੂਗੀ, ਇਸ ਕਰਕੇ ਹਵਾ ਆਪਾਂ ਆਲਰੇਡੀ ਕਹਿਤਾ ਵੀ ਇਹ ਚ ਮੰਨਣੀ ਨਹੀਂ, 에ਅਰ ਰੈਜ਼ਿਸਟੈਂਸ ਇਗਨੋਰ ਕਰਦੇ ਆ। ਤਾਂ ਇਸ ਕਰਕੇ ਜਿੰਨਾ ਟਾਈਮ ਇੱਕ ਬੋਡੀ ਨੂੰ ਡ੍ਰੌਪ ਕਰਨ ਲਈ ਲੱਗਦਾਗਾ ਗਰਾਊਂਡ ਤੇ ਪਹੁੰਚਣ ਲਈ, ਉਨਾ ਹੀ ਟਾਈਮ ਬੋਡੀ ਨੂੰ ਥਰੋ ਕਰਕੇ ਗਰਾਊਂਡ ਤੇ ਪਹੁੰਚਣ ਲਈ ਲੱਗਦਾ। ਤਾਂ ਦੋਨੋਂ ਕੇਸ ਦੇ ਵਿੱਚ ਟਾਈਮ ਆਫ ਫਲਾਈਟ ਸੇਮ ਹੁੰਦਾਗਾ। ਇਸ ਚੀਜ਼ ਨੂੰ ਤੁਸੀਂ ਜੇ ਵੈਰੀਫਾਈ ਕਰਨਾ ਹੋਵੇ ਤਾਂ ਸਿੰਪਲੀ ਇਸ ਫਾਰਮੂਲੇ ਦੇ ਨਾਲ ਅਗੇਨ ਵੈਰੀਫਾਈ ਕਰ ਵੀ ਸਕਦੇ ਹੋ। ਕਿਵੇਂ ਕਰੋਗੇ, ਮੰਨ ਲਓ y ਆਪਾਂ ਇਹ ਫਾਰਮੂਲਾ ਦੀ ਥਾਂ ਤੇ ਮੈਂ ਲਿਖ ਰਿਹਾ ਕਿ ਇੱਥੇ h ut plus half gt square, ਯਾਦ ਕਰੋ ਆਹ ਇਕੁਏਸ਼ਨ ਆਪਾਂ ਪੜ੍ਹੀ ਹੋਈ ਆ। ਹੁਣ ਇਹਦੇ ਵਿੱਚ ਮੈਂ ਇਹੀ h ਹਾਈਟ ਤੋਂ ਇੱਕ ਬੋਡੀ ਨੂੰ ਡ੍ਰੌਪ ਕਰ ਰਹੇ ਆ। ਤਾਂ ਮੈਂ ਸਮਝਾਇਆ ਸੀ ਕੱਲ, ਜੇ ਆਪਾਂ ਬੋਡੀ ਨੂੰ ਡ੍ਰੌਪ ਕਰਦੇ ਆ ਤਾਂ u 0 ਲੈਣਾ, ਹਨਾ, ਇਨੀਸ਼ੀਅਲ ਵੈਲੋਸਿਟੀ 0 ਮੰਨਣੀ ਆ। ਤਾਂ ਆ ਹੋ ਗਿਆ 0, ਅਗੇਨ ਦੇਖੋ h ਕਿਹਦੇ ਇਕੁਅਲ ਆ ਜਾਊਗਾ, ਉਹੀ ਹਾਫ gt ਸਕੁਅਰ ਦੇ ਇਕੁਅਲ ਆ ਗਿਆ। ਤਾਂ ਇੱਥੋਂ ਧਿਆਨ ਨਾਲ ਦੇਖੋ, ਅਗੇਨ ਉਹੀ t ਸਕੁਅਰ ਦੀ ਵੈਲਿਊ 2h upon g ਆ ਜਾਊਗੀ, ਯਾਨੀ ਕਿ ਜਿੰਨਾ ਟਾਈਮ ਆਫ ਫਲਾਈਟ ਹੈਗਾ ਇੱਥੇ ਉਨਾ ਹੀ ਉਸ ਨੂੰ ਟਾਈਮ ਲੱਗਿਆ ਗਰਾਊਂਡ ਤੇ ਪਹੁੰਚਣ ਲਈ ਜੇ ਆਪਾਂ ਬੋਡੀ ਨੂੰ ਸਿੰਪਲੀ ਡ੍ਰੌਪ ਕਰਦੇ ਆ। ਤਾਂ ਦੋਨੋਂ ਕੇਸ ਦੇ ਵਿੱਚ ਸੇਮ ਟਾਈਮ ਲੱਗਦਾ, ਠੀਕ ਹੈ। ਇਸ ਗੱਲ ਨੂੰ ਯਾਦ ਰੱਖਣਾਗਾ। ਮੇ ਬੀ ਇਹ ਕੁਐਸਚਨ ਇਸ ਤਰ੍ਹਾਂ ਦਾ ਤੁਹਾਡੇ ਉੱਥੇ ਆਬਜੈਕਟਿਵ ਦੇ ਵਿੱਚ ਜੇ 4 ਆਪਸ਼ਨ ਨੇ ਉਹਨਾਂ ਚੋਂ ਕੋਈ ਇੱਕ ਤਰ੍ਹਾਂ ਦੀ ਇਹ ਜੀ ਆਪਸ਼ਨ ਆ ਜੇ, ਠੀਕ ਹੈ। ਨੈਕਸਟ ਹੁਣ ਇਧਰ ਆ ਜਾਓ, ਪ੍ਰੋਜੈਕਟਾਈਲ ਦਾ ਜਿਹੜਾ ਸੈਕੰਡ ਪਾਰਟ ਆ ਐਂਗੂਲਰ ਪ੍ਰੋਜੈਕਸ਼ਨ। ਤੁਸੀਂ ਇਹਦੇ ਵਿੱਚ ਜਿਹੜੇ ਫਾਰਮੂਲੇ ਨੇ ਮੈਂ ਹੁਣ ਉਹ ਡਰਾਈਵ ਨਹੀਂ ਕਰਾ ਰਿਹਾ, ਮੈਂ ਸਿੰਪਲੀ ਲਿਖਦਾ ਫਾਰਮੂਲੇ। ਤਾਂ ਜਿਹੜਾ ਗਰਾਊਂਡ ਤੋਂ ਮੈਕਸਿਮਮ ਹਾਈਟ ਇੱਧਰ ਹੋਊਗੀ, ਇਹਨੂੰ ਪਹੁੰਚਣ ਲਈ ਜਿੰਨਾ ਟਾਈਮ ਲੱਗਿਆ ਉਨਾ ਹੀ ਟਾਈਮ ਉਹਨੂੰ ਗਰਾਊਂਡ ਤੇ ਵਾਪਸ ਆਉਣ ਲਈ ਲੱਗੂਗਾ। ਆਪਾਂ ਇਹ ਇੱਥੇ ਵੀ ਡਿਸਕਸ ਕੀਤਾ, ਇੱਧਰ ਵੀ ਉਹੀ ਗੱਲ ਆ। ਦੁਬਾਰਾ ਦੱਸਦਾ ਮੈਂ, ਇੱਥੋਂ ਮੈਂ ਇੱਕ ਬੋਡੀ ਨੂੰ ਥਰੋ ਕੀਤਾ, ਬੋਡੀ ਉੱਪਰ ਨੂੰ ਜਾ ਰਹੀ ਆ, ਮੈਕਸਿਮਮ ਹਾਈਟ ਤੇ ਪਹੁੰਚੀ। ਤਾਂ ਜਿੰਨਾ ਟਾਈਮ ਉਹਨੂੰ ਮੈਕਸਿਮਮ ਹਾਈਟ ਤੇ ਪਹੁੰਚਣ ਲਈ ਲੱਗਿਆ ਉਨਾ ਹੀ ਟਾਈਮ ਉਹਨੂੰ ਵਾਪਸ ਆਉਣ ਲਈ ਲੱਗੂਗਾ। ਸੋ ਟਾਈਮ ਆਫ ਏਸੈਂਟ ਉੱਪਰ ਨੂੰ ਜਾਣ ਲਈ ਤੇ ਟਾਈਮ ਆਫ ਡੀਸੈਂਟ ਨੀਚੇ ਆਉਣ ਲਈ
दोनों टाइम सेम होणगे। तो टाइम ऑफ फ्लाइट जिहड़ी आ कह लो भी टाइम ऑफ एसेंट ते टाइम ऑफ डीसेंट दोनों सेम ने। ते जे तुसीं इहदे च प्रूफ करना होवे तां आही इक्वेशन अगेन यूज करके तुसीं प्रूव कर सकदे हो ते ओह वैल्यू बन जूगी u sin थीटा बाय g। यानी कि जिन्ना टाइम ਉਹਨੂੰ हाईएस्ट पॉइंट ਤੇ ਜਾਣ ਲਈ ਲੱਗਿਆ ਉਨਾ ਹੀ ਟਾਈਮ ਉਹਨੂੰ ਗਰਾਊਂਡ ਤੇ ਵਾਪਸ ਆਉਣ ਲਈ ਲੱਗੂਗਾ। ਠੀਕ ਹੈ, ਤਾਂ ਜੇ ਆਪਾਂ ਇਹ ਫਾਰਮੂਲੇ ਨੂੰ ਦੇਖੀਏ ਤਾਂ ਇਹ ਚ ਟੋਟਲ ਟਾਈਮ ਕਿੰਨਾ ਲੱਗਿਆ ਉਹਨੂੰ, ਤਾਂ ਦੇਖੋ t1 plus t2। ਤਾਂ ਜੇ ਆਪਾਂ ਦੇਖੀਏ ਦੋਨੋਂ ਟਾਈਮ ਸੇਮ ਨੇ ਤਾਂ ਟੋਟਲ ਟਾਈਮ ਆਫ ਫਲਾਈਟ ਕਿੰਨਾ ਹੋ ਜਾਊਗਾ, ਇਹਨਾਂ ਦੋਨਾਂ ਨੂੰ ਐਡ ਕਰ ਦੋ ਜਾਂ ਡਬਲ ਕਰ ਦੋ। ਸੋ ਡਬਲ ਕਰਕੇ ਆ ਜਾਊਗਾ 2u sin थीटा अपॉन g। सो दैट इज द टाइम ऑफ फ्लाइट इन केस ऑफ एंगुलर ਜਾਂ वर्टिकल प्रोजेक्शन। ठीक है, ਤੇ ਜੇ ਆਪਾਂ वर्टिकल प्रोजेक्शन ਦੇ ਵਿੱਚ ਨੈਕਸਟ ਗੱਲ ਕਰਨੀ ਹੋਵੇ ਹਾਈਐਸਟ ਪੁਆਇੰਟ ਯਾਨੀ ਕਿ ਹਾਈਟ ਮੈਕਸਿਮਮ ਹਾਈਟ ਕਿੰਨੀ ਆ, ਤਾਂ ਮੈਕਸਿਮਮ ਹਾਈਟ ਦਾ ਫਾਰਮੂਲਾ ਜਿਹੜਾ ਹੈਗਾ ਉਹ ਆ ਸੀ u ਸਕੁਅਰ sin ਸਕੁਅਰ ਥੀਟਾ अपॉन 2g। दैट इज द मैक्सिमम हाइट। ठीक है, फिर दोनों केस ਦੇ ਵਿੱਚ ਰੇਂਜ ਰਹਿ ਗਈ ਡਿਸਕਸ ਕਰਨ ਵਾਲੀ। ਤਾਂ ਜੇ ਇੱਧਰ ਦੇਖੋ ਧਿਆਨ ਨਾਲ ਰੇਂਜ ਦਾ ਮਤਲਬ ਕੀ ਸੀ ਕਿ ਕਿੰਨਾ ਉਹਨੇ ਗਰਾਊਂਡ ਤੇ ਡਿਸਟੈਂਸ ਕਵਰ ਕੀਤਾ, ਤਾਂ ਹੌਰੀਜ਼ੌਂਟਲ ਰੇਂਜ ਇਹਨੂੰ ਕਹਿੰਦੇ ਆਪਾਂ। ਤਾਂ ਹੌਰੀਜ਼ੌਂਟਲ ਰੇਂਜ ਕਿੰਨੀ ਹੋਊਗੀ, ਰੇਂਜ ਦਾ ਫਾਰਮੂਲਾ डिस्टेंस है क्योंकि किदे इक्वल होगा वेलोसिटी अलोंग हॉरिजॉन्टल डायरेक्शन इनटू टाइम टेकन अलोंग हॉरिजॉन्टल डायरेक्शन। राइट, तो टोटल टाइम लग गया उन्होंने ग्राउंड ते पहुंचने लई कैपिटल टी, हॉरिजॉन्टल वेलोसिटी ux, इस केस च u आ तो मैं u लिख रहा इनटू टोटल टाइम जिहड़ा लग गया उन्होंने टाइम ऑफ फ्लाइट दैट इज रूट h अपॉन g। तो हॉरिजॉन्टल रेंज ये आ गई इन केस ऑफ हॉरिजॉन्टल प्रोजेक्शन। वर्टिकल प्रोजेक्शन दे विच ਤਾਂ वर्टिकल प्रोजेक्शन ਦੇ ਵਿੱਚ ਮੈਂ ਰੇਂਜ ਇੱਥੇ ਕੱਢ ਦਿੰਦਾ। ਠੀਕ ਹੈ, ਤਾਂ ਰੇਂਜ ਆਊਗੀ ਆਪਣੇ ਕੋਲ ਹੌਰੀਜ਼ੌਂਟਲ ਵੈਲੋਸਿਟੀ ਇਨਟੂ ਟਾਈਮ ਟੇਕਨ ਅਗੇਨ ਟੋਟਲ ਟਾਈਮ, ਹਨਾ। ਤਾਂ ਹੌਰੀਜ਼ੌਂਟਲ ਵੈਲੋਸਿਟੀ ਕਿੰਨੀ ਆ ਇਸ ਕੇਸ ਦੇ ਵਿੱਚ, ਯਾਦ ਕਰੋ ਆ ਲਿਖਿਆ ਪਿਆ u cos ਥੀਟਾ। ਤਾਂ ਮੈਂ ਇੱਥੇ ਲਿਖ ਰਿਹਾ u cos ਥੀਟਾ ਇਨਟੂ ਟੋਟਲ ਟਾਈਮ ਟੇਕਨ। ਟਾਈਮ ਕਿੰਨਾ ਸੀਗਾ 2u sin ਥੀਟਾ अपॉन g, 2u sin ਥੀਟਾ अपॉन जी। जे तुसी इहनू सॉल्व करके देखना, सॉरी मैं इधर लै जाना फोन, इधर नहीं पता लग्या है ना। हुण देखो तां u cos थीटा ux दी थां ते लिखिया इनटू t 2u sin थीटा अपॉन g। हुण इह चों u इनटू u स्क्वायर हो गया 2 sin a cos a, इहनू आपां sin 2a लिख सकदे हां। सो दैट वुड बी u स्क्वायर sin 2 थीटा अपॉन g। ठीक है, तो इस तरह करके हॉरिजॉन्टल रेंज दी वैल्यू आ गई अपने को। ठीक है, u स्क्वायर sin 2 थीटा अपॉन g। तो जिहड़ी ये वैल्यू आईयां ने सारियां ਉਹ ਇੱਕ ਹੁਣ ਬੋਰਡ ਤੇ ਦੇਖੋ ਤੁਸੀਂ ਇੱਥੇ ਕਲੀਅਰ ਹੋ ਕੇ ਆ ਗਈਆਂ। ਤੁਸੀਂ ਸਕਰੀਨਸ਼ਾਟ ਲੈ ਲਓ ਤਾਂ ਕਿ ਕੋਈ ਡਾਊਟ ਨਾ ਰਹੇ ਤੁਹਾਡੇ ਮਾਈਂਡ 'ਚ। ਸਾਰੇ ਫਾਰਮੂਲੇ ਆ ਗਏ। ਤਾਂ ਜੇ ਹੁਣ ਤੁਸੀਂ ਦੇਖੋ ਇਹਨਾਂ ਦੇ ਇਹਦੇ ਵਿੱਚ ਆਪਾਂ ਇੱਕ ਚੀਜ਼ ਮੈਂ ਇੱਥੇ ਪ੍ਰੂਫ ਕਰ ਦਿੰਦਾ ਹੁਣ ਤੁਹਾਨੂੰ, ਜੇ ਸਕਰੀਨਸ਼ਾਟ ਲੈ ਲਿਆ ਡਨ ਹੋ ਗਿਆ। ਉਹ ਹੈਗੀ ਆ ਇੱਕ ਕਨਕਲੂਜਨ ਆ। ਕਨਕਲੂਜਨ ਕੀ ਆ, ਜੇ ਕਿਸੇ ਦਾ ਰਹਿ ਗਿਆ ਸਕਰੀਨਸ਼ਾਟ ਇੱਕ ਦੂਜੇ ਤੋਂ ਪੁੱਛ ਲਿਓ, ਹਨਾ, ਕਿਸੇ ਤੋਂ ਵੀ। ਕਨਕਲੂਜਨ ਹੈਗੀ ਆ ਵੀ ਦੋ ਲੋਕ ਨੇ, ਇੱਕ ਨੇ ਥੀਟਾ ਤੇ ਦੂਸਰੇ ਨੇ 90 ਮਾਈਨਸ ਥੀਟਾ ਤੇ। ਠੀਕ ਹੈ, ਦੋ ਬॉडीज ਨੂੰ ਥਰੋ ਕੀਤਾ ਸੇਮ ਵੈਲੋਸਿਟੀ ਨਾਲ। ਚੈੱਕ ਕਰਕੇ ਦੱਸਣਾ ਆਪਾਂ ਵੀ ਦੋਨਾਂ ਦੀ ਹੌਰੀਜ਼ੌਂਟਲ ਰੇਂਜ ਕਿੰਨੀ ਕਿੰਨੀ ਆ। ਤਾਂ ਇਹ ਕਹਿ ਲਓ ਵੀ ਇੱਕ ਨੇ 30 ਡਿਗਰੀ ਤੇ ਦੂਜੇ ਨੇ 60 ਤੇ, ਕਿਉਂਕਿ 90 ਮਾਈਨਸ ਥੀਟਾ ਦੇ ਨਾਲ ਚੱਲਣਾ ਆਪਾਂ। ਠੀਕ ਹੈ, ਤਾਂ ਜੇ ਥੀਟਾ ਐਂਗਲ ਤੇ ਥਰੋ ਕੀਤਾ ਤਾਂ ਰੇਂਜ ਹੈਗੀ ਆ u ਸਕੁਆਇਰ sin 2 ਥੀਟਾ अपॉन g। ਦੂਜਾ r2 u ਸਕੁਆਇਰ sin 2 थीटा ਦੀ ਥਾਂ ਤੇ ਆਪਾਂ ਕੀ ਲਿਖ ਰਹੇ ਹਾਂ 90 ਮਾਈਨਸ ਥੀਟਾ। ਤਾਂ 90 ਮਾਈਨਸ ਥੀਟਾ अपॉन g ਤਾਂ ਆ ਜਾਊਗਾ u ਸਕੁਆਇਰ sin 2 ਨੂੰ ਮਲਟੀਪਲਾਈ ਕਰ ਦੋ, ਸੋ 180 ਮਾਈਨਸ 2 ਥੀਟਾ अपॉन g। ਸੋ दैट वुड बी u ਸਕੁਆਇਰ sin अगेन 180 माइनस थीटा sin थीटा ही ਹੁੰਦਾ ना, याद करो। तो ये sin 2 थीटा ही बन जाऊगा सेम।
ਤਾਂ ਇੱਥੋਂ R2 ਤੇ ਇਧਰੋਂ R1 ਤੁਸੀਂ ਦੇਖੋਗੇ ਦੋਨੋਂ ਸੇਮ ਨੇ। ਤਾਂ ਮਤਲਬ ਜੇ ਤੁਸੀਂ ਦੋਨਾਂ ਨੂੰ ਸੇਮ ਵੈਲੋਸਿਟੀ ਦੇ ਨਾਲ ਬੋਡੀਜ਼ ਨੂੰ ਥਰੋ ਕਰਦੇ ਹੋ, ਇੱਕ ਨੂੰ 30 ਡਿਗਰੀ ਤੇ ਇੱਕ ਨੂੰ 60 ਤੇ, ਤਾਂ ਦੋਨੋਂ ਇੱਕੋ ਹੀ ਜਗ੍ਹਾ ਤੇ ਜਾ ਕੇ ਫਾਲ ਕਰਨਗੀਆਂ। ਠੀਕ ਹੈ। ਬਟ ਅਬਾਊਟ ਦਾ मैक्सिमम हाइट की मैक्सिमम हाइट भी सेम होगी। सो लेट्स चेक। तो मैक्सिमम हाइट तुसी खुद देखो, मैक्सिमम हाइट का फार्मूला की है h1। तो पहले केस च हो जाएगा u स्क्वायर साइन स्क्वायर थीटा अपॉन 2g। दूसरे केस च h2 u स्क्वायर साइन स्क्वायर 90 माइनस थीटा अपॉन 2g। ठीक है। तो साइन 90 माइनस थीटा कॉस थीटा हुंदा तो साइन स्क्वायर थीटा कॉस स्क्वायर थीटा बन जाऊगा। सो यू स्क्वायर कॉस स्क्वायर थीटा अपॉन 2g। सो दैट मीनस h1 ते h2 दोनों एक दूसरे दे तो डिफरेंट होंगे। ठीक है। जे तुहानू कह दे वो रेशो लैके दिखाओ तो तुसीं देखो रेशो ले लो दोनों दी h1 बाय h2, तो साइन स्क्वायर थीटा बाय कॉस स्क्वायर थीटा टैन थीटा का स्क्वायर बन जाऊगा। राइट, बाकी कैंसिल हो जाएंगे। फॉलो करके गल नूं। तो इस तरह करके एक होर इत्थे दोनों हाइट नूं जे तुसीं रिलेट करना होवे रेंज दे नाल तां किवें रिलेट कर सकदे हो। ठीक है। तो किवें देख सकदे आपां h1 ते h2 दा प्रोडक्ट करके देखदे आं आपां। सो h1 ते h2 दा प्रोडक्ट करो। तो h1 h2 दा प्रोडक्ट करके देखो u स्क्वायर साइन स्क्वायर थीटा, तो u स्क्वायर दा होल स्क्वायर हो गया साइन स्क्वायर थीटा इंटू कॉस स्क्वायर थीटा। तो साइन थीटा कॉस थीटा लिख के एदा स्क्वायर बाय 2 इंटू 2 4g स्क्वायर। ठीक है। तो देखो साइन थीटा कॉस थीटा है ना, तो इनू आपां 2 साइन थीटा कॉस थीटा बनाउणागा ताकि इनू रेंज दी फॉर्म च ले आईए आपां आर दी फॉर्म च। तो इनू बनाउण दे लई ब्रैकेट दे अंदर 2 नाल मल्टीप्लाई कर दो ते 2 नाल ही डिवाइड कर दो। तो देखो u स्क्वायर 2 साइन थीटा कॉस थीटा अपॉन 2 एदा स्क्वायर बाय 4g स्क्वायर इधर साइड ते ही लिख लो। तो देखो 2 इंटू 2 दा स्क्वायर 4 हो गया, 4 इधर मल्टीप्लाई हो गया 16 आ गया। तो की आ जाऊगा u स्क्वायर एदा होल स्क्वायर है, सॉरी। ठीक है। 2 साइन थीटा कॉस थीटा ये बन गया साइन 2 थीटा, तो ये बन गया साइन 2 थीटा दा स्क्वायर अपॉन 16g स्क्वायर। तो तुसी आप सियाणे हो बेटे। हुण इस तो बाद देखो u स्क्वायर साइन 2 थीटा बाय g, इनू आपां r बना सकते हैं। राइट, चाहे r1 बना लो चाहे r2 बना लो। तो देखो ये वैल्यू नू मैं इधर लिख रहा। ठीक है। किहड़ी वैल्यू हैगी इनू, तो इनू r दी फॉर्म च लिख रहा मैं। तो r दी फॉर्म च आपां किवें लिखांगे u स्क्वायर साइन 2 थीटा, तो u स्क्वायर साइन 2 थीटा अपॉन g। तुसीं देखो ध्यान नाल हुण इधरों। राइट, एक मिनट इत्थे देखो g दा स्क्वायर आ u स्क्वायर साइन 2 थीटा दा स्क्वायर, तो इहदा सारे दा स्क्वायर मैं आए लिख सकदा ना। राइट, रह गया अपने को 16 बाहर है ना, 16 रह गया सी गल्ला। तो 16 आप इत्थे लिख दांगे 1/16। ओके। तो तुसीं देखो आ की बन गया, आर स्क्वायर नहीं बन गया। चेक करो आर दी वैल्यू चाहे r1 लिख लो चाहे r2 लिख लो। तो आर स्क्वायर, सो आर स्क्वायर बाय 16 दैट इज इक्वल टू h1 h2 प्रोडक्ट दे इक्वल। तो आर स्क्वायर आर दी वैल्यू कितनी आ गई इथों 16 h1 h2 दा अंडर रूट। तो आर हो गया कला अपने कोल 4 रूट h1 h2। तो जे उन्होंने थोनू थोड़ा जिहा टिपिकल करना हो पेपर तो तुहानू इस तरह का क्वेश्चन भी वो दे सकते हैं भी प्रोडक्ट की होगा। पर ਇਹਦੇ ਨਾਲ ਇਹ ਆ ਵੀ ਤੁਹਾਨੂੰ ਕਨਸੈਪਟ ਜ਼ਿਆਦਾ ਕਲੀਅਰ ਹੋ ਗਿਆ ਵੀ ਆਪਾਂ ਇੱਕ ਦੂਜੇ ਨਾਲ ਕਿਵੇਂ ਸਬਸਟੀਟਿਊਟ ਕਰ ਸਕਦੇ ਹਾਂ ਵੈਲਿਊਜ਼ ਨੂੰ। ਠੀਕ ਹੈ, ਸਕਰੀਨਸ਼ਾਟ ਲੈ ਲਓ। ओके
एक डिस्टेंस इन nth सेकंड का फार्मूला मेरा ख्याल आ थोनू याद होगा। डिस्टेंस इन nth सेकंड याद है थोड़े? आ फार्मूला हुंदा, एक तो हुंदा फार्मूला s इज इक्वल टू यू टी प्लस हाफ ए टी स्केयर, है ना। ये फार्मूला हैगा बेटे जिहड़ा ये हैगा गा जदों आपां डिस्टेंस फाइंड आउट करना होवे आफ्टर टी सेकंड, ठीक है। जे मैं तुहानू कहदा भी आफ्टर 10 सेकंड कितना डिस्टेंस होगा तो उत्थे मैं ये फार्मूला लगाऊंगा। पर जे मैं कहा भी एट 10th सेकंड कितना डिस्टेंस होगा फिर ये फार्मूला नहीं लगूगा, ठीक है। तो ये फार्मूला जिहड़ा nth सेकंड दा यानी कि पर्टिकुलरली 1 सेकंड दे उपर ये फार्मूला पूछ रहा मैं तुहानू, ये तुसीं कीता होया जां नहीं कीता होया दसो मैनूं। मैसेज करके दस दो। पर्टिकुलरली किसी पर्टिकुलर 1 सेकंड के ऊपर नहीं कीता। अच्छा किरण ने कीता गा। ओके दीपमाला, प्रीति, कीता। ओके चलो गुरप्रीत कोई गल नहीं पुत, मैं तुम दस देना, तू ट्राई करना माड़ा जिहा ट्राई कर ली, क्वेश्चन ट्राई करके देख ली, मैं तुम दस देना। आई फार्मूला ना ये दो ली कैलकुलेशन करते हैं आपां। एक बार तो टी नूं आपां एन पुट कर लेने आ, यानी कि डिस्टेंस इन एन सेकंड, तो वो आ जाऊगा यू एन प्लस हाफ ए एन स्क्वायर, ठीक है। एक बार आपां एन माइनस 1 सेकंड ली कढ लेने आ। जे मान लो मैं तुहानूं कहदा भी आपां फाइंड आउट करना गा एक बॉडी ने टोटल जर्नी जिहड़ी सी ओदी वो 20 सेकंड ली सीगी, 20 सेकंड, ठीक है, 20 सेकंड ली। ते मैं हुण तुहानूं पुछां भी उहने 20th सेकंड ते कितना डिस्टेंस कवर कीता लास्ट सेकंड ते, तो लास्ट सेकंड दा मतलब है 20th सेकंड, तो इहदा मतलब मैं ही करूंगा पहला मैं डिस्टेंस इन 20 सेकंड कट लूंगा। जे उहदे विचों मैं 19 सेकंड दा डिस्टेंस घटा दा तो मेरे को पर्टिकुलरली 20th सेकंड दा डिस्टेंस आ जाऊगा ना। तो टोटल उन्हें 20 सेकंड कवर किया डिस्टेंस, वो जो पहले 19 सेकंड का डिस्टेंस घटा दो तो 20th सेकंड का डिस्टेंस रह जाऊगा ना। सेम इत्थे आ, तो आए करके देखी इथों एस एक बारी एन ते कट लिया 20 ते, एक बारी एन माइनस 1 19 ते कट लेना, तो इत्थे आ जाऊगा यू एन माइनस 1 प्लस हाफ ए एन माइनस 1 का स्केयर। जो इन्हों सबट्रैक्ट करोगे एस एन माइनस एस एन माइनस 1, तो पहला मैं लिखूंगा यू एन प्लस हाफ ए एन स्केयर, ठीक है, माइनस आ सारा ब्रैकेट सॉल्व करते हैं अपन, यू एन माइनस यू प्लस हाफ ए एन स्केयर माइनस हाफ सॉरी प्लस हाफ ए माइनस ए एन आ जाऊगा, ठीक है। इधर लिखांगे हम, मैं जरी के ब्रैकेट सॉल्व करके लिखता सारा। हम देखो यू एन कैंसल आउट हो गया, हाफ ए एन स्केयर नाल आ माइनस दा, तो यू एन प्लस हाफ ए एन स्केयर माइनस यू एन माइनस माइनस प्लस यू माइनस हाफ ए एन स्केयर, ठीक है, माइनस हाफ ए माइनस माइनस प्लस ए एन आ गया। ओहो किधर चला गया सी काम, है ना, कैंसल आउट हो गया। तो देखो वही बन गया u प्लस ए एन माइनस हाफ ए, ठीक है। इनू अगे तुसी देखो भी जे चो a कॉमन कर लांगे तो अपने को की रह जाऊगा, तो u प्लस a कॉमन कर लिया, n माइनस हाफ रह गया, राइट। तो हम देखो 2n माइनस 1/2, तो 2 बाहर कट लांगे आपां, तो आ जाऊगा फाइनल आंसर आ गया इहदा अपने कोल u प्लस a/2 2n माइनस 1 आ होना सी असल चो।